ਸਾਡੇ ਤੇ ਉੱਥੇ ਹਮਲਾ ਕੀਤਾ ਸੀ ਕੱਥੂ ਨੰਗਲ ਦੇ ਵਿੱਚ। ਸਾਡੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਲਾ ਕੇ ਡਾਂਗਾ ਵੱਜੀਆਂ ਉਹਨਾਂ ਦੇ। ਉਹ ਹੁਣ ਉਦੋਂ ਇਹਨਾਂ ਦੇ ਬਿਆਨ ਲੱਗੇ ਸੀ ਕਿ ਇਹ ਬਿਲਕੁਲ ਜਾਇਜ਼ ਹੈ। ਅੱਜ ਜੇ ਜਿਹੜਾ ਕਿ ਪ੍ਰਧਾਨ ਅਸੀਂ ਮੰਨਦੇ ਨਹੀਂ ਧਾਮੀ ਸਾਹਿਬ ਨੂੰ, ਕਾਰਨ ਕਿ ਇਲੈਕਸ਼ਨ ਹੋਈ ਉਹ ਨਹੀਂ 5 ਸਾਲ ਬਾਅਦ ਜਿਹੜੀ ਹੋਣੀ ਸੀ। ਉਹ ਆਪੂ ਬਣਿਆ ਪ੍ਰਧਾਨ, ਇੱਥੇ ਆ ਕੇ ਗੋਲ-ਮੋਲ ਗੱਲਾਂ ਕਰਕੇ ਫਿਰ ਨੌਜਵਾਨਾਂ ਦਾ ਸ਼ਿਕਾਰ ਹੋਇਆ। ਉਦੋਂ ਇਹਨਾਂ ਨੇ ਕਿਹਾ ਕਿ ਮਾਨ ਤੇ ਹਮਲਾ ਕਰਨਾ ਠੀਕ ਸੀ। ਫਿਰ ਅੱਜ ਇਹ ਦੱਸਣ ਵੀ ਠੀਕ ਹੈ ਕਿ ਨਹੀਂ। ਨੌਜਵਾਨਾਂ ਨੇ ਜੋ ਉਹਦੀ ਭੁਗਤ ਸਵਾਰੀ ਹੈ ਤਾਂ ਇਹ ਨੌਜਵਾਨਾਂ ਦਾ ਰੋਸ ਹੈ। ਬਿਲਕੁਲ ਜਾਇਜ਼ ਕੀਤਾ ਨੌਜਵਾਨਾਂ ਨੇ। ਇਹਨਾਂ ਨੇ ਹੀ ਇਹ ਜਿਹੜੇ ਬੰਦੀ ਸਿੰਘ ਨੇ ਸਾਡੇ ਬੀਜੇਪੀ ਆਰਐਸਐਸ ਕਾਂਗਰਸ ਨਾਲ ਮਿਲ ਕੇ ਇਹਨਾਂ ਨੇ ਹੀ ਤਾਂ ਬੰਦ ਕਰਵਾਏ ਹੋਏ ਆ। ਫਿਰ ਹੁਣ ਕਦੇ 10 ਕੀ ਬੀਮ ਚਲਾਤੀ, ਕਦੇ ਕੁਝ ਚਲਾਤਾ। ਬਿਲਕੁਲ ਇਹ ਡਰਾਮੇ ਕਰਦੇ ਆ। ਬਿਲਕੁਲ ਇਹਨਾਂ ਦਾ ਜਦੋਂ ਰਾਜ ਹੁੰਦਾ ਹੈ ਕਦੇ ਨਹੀਂ ਬੋਲੇ ਇਹ ਸੈਂਟਰ ਦੇ ਵਿੱਚ। ਉਦੋਂ ਕਿਉਂ ਨਹੀਂ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਮਤੇ ਪਾਏ। ਬਿਲਕੁਲ ਇਹ ਡਰਾਮੇ ਕਰ ਕਦੇ ਬਾਦਲਾਂ ਨਾਲ ਆਡਾ ਲੰਦੀ ਆ, ਕਦੇ ਬੇਅੰਤ ਬੁੱਚੜ ਨਾਲ। ਬੇਅੰਤ ਬੁੱਚੜ ਨੇ ਸਾਡੇ ਤੇ ਦੇਸ਼ ਧਰੋਈਆਂ ਦੇ ਕੇਸ ਪਾਏ। ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਾਨੂੰ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਬਰਸੀ ਅਸੀਂ 6 ਜੂਨ ਨੂੰ ਮਨਾਉਂਦੇ ਆ, ਸਾਨੂੰ ਉਸ ਦਿਨ ਇਹਨਾਂ ਨੇ ਮੁਕਾਬਲਾ ਸਾਡਾ ਬਣਾਉਣਾ ਸੀ। ਅਸੀਂ ਨਾਲ ਸੀ, ਸਰਦਾਰ ਮਾਨ ਦੇ ਗਵਾਏ। ਤੜਕੇ ਜਾ ਕੇ ਇਹਨਾਂ ਨੇ ਬਲਟੋਆ ਸਾਨੂੰ ਰੈਸਟ ਹਾਊਸ ਦੇ ਵਿੱਚ ਬੰਦ ਕੀਤਾ। ਤੜਕੇ ਸਾਰੀ ਰਾਤ ਸਾਡੀਆਂ ਸਕੀਮਾਂ ਇਹਨਾਂ ਨੇ ਬਣਾਈਆਂ ਕਿ ਕਿੱਥੇ ਮੁਕਾਬਲਾ ਕਰੀਏ। ਜੋ ਨੌਜਵਾਨ ਇਹਨਾਂ ਦੇ ਗਲ ਪੈਂਦੇ ਆ, ਜਿਹੜਾ ਵੀ ਚਾਹੇ ਕਾਂਗਰਸੀ ਆਰਐਸਐਸ ਬੀਜੇਪੀ ਦਾ, ਜਿਹੜੇ ਝਾੜੂ ਵਾਲੇ ਜਿਨ੍ਹਾਂ ਨੇ ਕਿਹਾ ਸੀ ਨਸ਼ਿਆਂ ਦੇ ਅਸੀਂ ਖਾਤਮਾ ਕਰਾਂਗੇ, ਅਸੀਂ ਬਰਗਾੜੀ ਦੀ ਇਨਸਾਫ ਦੇਵਾਂਗੇ, ਇਹਨਾਂ ਦਾ ਵੀ ਇਹੀ ਹਾਲ। ਪਿੰਡਾਂ ਦੇ ਵਿੱਚ ਭੈਣਾਂ ਸਾਡੀਆਂ ਬੀਬੀਆਂ ਪਾਥੀਆਂ ਵੀ ਮਾਰਨਗੀਆਂ। ਸਾਰਾ ਕੁਝ ਇਹਨਾਂ ਦਾ ਵਿਰੋਧ ਹੋਊਗਾ। ਪਰ ਜਦੋਂ ਇਹ ਭੱਜ ਕੇ ਪੈ ਗਏ ਸੰਗਤ ਨੂੰ, ਧਾਮੀ ਗੱਡੀ ਚੋਂ ਆਪ ਨਿਕਲ ਕੇ ਨੌਜਵਾਨਾਂ ਦੇ ਗਲ ਪਿਆ। ਅਸੀਂ ਬਿਲਕੁਲ ਇੱਥੇ ਸਾਹਮਣੇ ਆਪ ਦੇਖਿਆ ਸਾਰਾ। ਇਹ ਬਿਲਕੁਲ ਇਹ ਗਲਤ ਨੇ। ਸਰਕਾਰਾਂ ਦੇ ਦੱਲੇ ਨੇ ਇਹ। ਇਹਨਾਂ ਦਾ ਜੋ ਵੀ ਪਿੰਡਾਂ ਦੇ ਵਿੱਚ ਹਾਲੇ ਤਾਂ ਇਹਨਾਂ ਦਾ ਬਹੁਤ ਬੁਰਾ ਹਾਲ ਹੋਣਾ, ਹਾਲੇ ਤੱਕ ਹੋਇਆ ਹੀ ਕੁਛ ਨਹੀਂ। ਔਰ ਜੇ ਇਹਨਾਂ ਨੂੰ ਦੁਬਾਰਾ ਗੱਦੀ ਮਿਲੂਗੀ ਹੋਰ ਮਾਰਨਗੇ ਰਹਿੰਦੇ ਖੁੰਦੇ। ਅਜੇ ਹੁਣ ਇਹਨਾਂ ਕੋਲ ਤੇ ਐਸਜੀਪੀਸੀ ਦਾ ਖਾਤਮਾ ਹੋਣਾ ਹੈ। ਪਿੰਡਾਂ ਦੇ ਵਿੱਚ ਇਹਨਾਂ ਦੇ ਉਹ ਹਾਲ ਹੋਣਾ ਜਿਵੇਂ ਕੁੱਤੇ ਦੇ ਕੰਨ 'ਚ ਕੀੜੇ ਪਏ ਹੁੰਨੇ ਆ, ਵੀ ਕਦੇ ਉਹ ਡਲਾ ਮਾਰ ਦਿੰਦਾ, ਕਦੇ ਉਹ ਸੋਟੀ ਮਾਰ ਦਿੰਦਾ। ਇਹਨਾਂ ਨੇ ਤਾਂ ਭੀਖ ਮੰਗਦੇ ਫਿਰਨਾ। ਇਹਨਾਂ ਨੂੰ ਮੰਗੀ ਭੀਖ ਨਹੀਂ ਮਿਲਦੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੀਤੇ ਦਿਨ ਇੱਕ ਬਹੁਤ ਵੱਡਾ ਵਿਰੋਧ ਜਿਹੜਾ ਦੇਖਣ ਨੂੰ ਮਿਲਦਾ ਤੇ ਵਿਰੋਧ ਹੁੰਦਾ ਹੈ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ। ਹਾਲਾਂਕਿ ਨੌਜਵਾਨਾਂ ਦੇ ਵੱਲੋਂ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਤੱਕ ਵੀ ਜਿਹੜੇ ਨੇ ਭੰਨ ਦਿੱਤੇ ਜਾਂਦੇ। ਕੀ ਕਾਰਨ ਸੀ, ਕਿਉਂ ਵਿਰੋਧ ਜਿਹੜਾ ਕੀਤਾ ਗਿਆ ਸੀ, ਕਿਹੜੇ ਕਾਰਨਾਂ ਕਰਕੇ ਵਿਰੋਧ ਕੀਤਾ ਗਿਆ ਸੀ ਤੇ ਕਿਹਨਾਂ ਦੇ ਵੱਲੋਂ ਕੀਤਾ ਗਿਆ ਸੀ, ਇਹ ਜਾਣਨ ਵਾਸਤੇ ਆਪਾਂ ਲਖਵੀਰ ਸਿੰਘ ਲੱਖਾ ਜੀ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਦੇ ਸਾਹਮਣੇ ਪੂਰਾ ਦਾ ਪੂਰਾ ਦ੍ਰਿਸ਼ ਜਿਹੜਾ ਹੈ ਸਾਹਮਣੇ ਸੀ। ਉਹ ਬਿਆਨ ਕਰਨਗੇ ਕਿ ਕਿਸ ਤਰੀਕੇ ਦਾ ਸੀ ਉਹ ਦ੍ਰਿਸ਼। ਪਹਿਲਾਂ ਫਤਿਹ ਬੁਲਾ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਭਾਜੀ, ਕੱਲ ਨੌਜਵਾਨਾਂ ਦੇ ਵੱਲੋਂ ਧਾਮੀ ਹੋਰਾਂ ਦਾ ਵਿਰੋਧ ਕੀਤਾ ਜਾਂਦਾ, ਕੀ ਕਾਰਨ ਸੀ ਜਿਹੜਾ ਵਿਰੋਧ ਉਹਨਾਂ ਦਾ ਇੰਨਾ ਜ਼ਿਆਦਾ ਕਰ ਦਿੱਤਾ ਗਿਆ ਕਿ ਗੱਡੀ ਦੇ ਸ਼ੀਸ਼ੇ ਵੀ ਭੰਨ ਦਿੱਤੇ ਗਏ? ਇਹ ਜੀ ਸੰਗਤਾਂ ਦੇ ਵਿੱਚ ਰੋਸ ਹੈ ਬਹੁਤ ਜ਼ਿਆਦਾ। ਇਹਨਾਂ ਨੇ 328 ਸਰੂਪ ਗਾਇਬ ਕੀਤੇ ਹੋਏ, ਉਹਦੇ ਤੇ ਨਹੀਂ ਬੋਲਦੇ। ਬਰਗਾੜੀ ਦੇ ਵਿੱਚ ਸਾਡੇ ਨੌਜਵਾਨ ਇਹਨਾਂ ਨੇ ਸੁਬੇਦ ਸਿੰਘ ਛੈਣੀ, ਉਦੋਂ ਇਹਨਾਂ ਦਾ ਡੀਜੇਪੀ ਤੀ ਬਾਦਲਾਂ ਦਾ, ਉਹਨਾਂ ਤੋਂ ਗੋਲੀਆਂ ਚਲਵਾ ਕੇ ਉਹ ਸ਼ਹੀਦ ਕਰਵਾਤੇ। ਉਹਦਾ ਕੋਈ ਇਨਸਾਫ ਨਹੀਂ। ਇਹ ਬਿਲਕੁਲ ਨੌਜਵਾਨਾਂ ਦਾ ਗੁੱਸਾ ਹੈ, ਕਿਉਂਕਿ ਜੇ ਉਹ ਇੱਥੇ ਆ ਕੇ ਦੱਸਦੇ ਵੀ ਇਹ 328 ਸਰੂਪ ਹੈ ਜਿਹੜੇ ਉਹ ਕਿੱਥੇ ਨੇ, ਕਿਵੇਂ ਨੇ, ਕਿਸ ਹਾਲਾਤ ਵਿੱਚ ਨੇ। ਉਹਨਾਂ ਨੇ ਇੱਥੇ ਬੋਲਿਆ, ਗੋਲ-ਮੋਲ ਗੱਲਾਂ ਕੀਤੀਆਂ। ਜਦੋਂ ਸੰਗਤਾਂ ਨੇ, ਨੌਜਵਾਨਾਂ ਨੇ ਬਾਹਰ ਆ ਕੇ ਸਵਾਲ ਕੀਤੇ ਐ ਤਾਂ ਜਾ ਕੇ ਉਹ ਭੱਜ ਕੇ ਪੈ ਗਏ ਨੌਜਵਾਨਾਂ ਨੂੰ। ਨੌਜਵਾਨ ਫਿਰ ਇੰਨੀ ਗੱਲ ਨਹੀਂ ਸਹਾਰਦੇ। ਜਦੋਂ ਪਿਛਲੇ ਸਮੇਂ ਦੇ ਵਿੱਚ ਕੱਥੂ ਨੰਗਲ ਦੇ ਵਿੱਚ ਘਟਨਾ ਹੁੰਦੀ ਹੈ, ਬਾਦਲਾਂ ਨੇ ਆਪ ਇਸ਼ਤਿਹਾਰ ਪੜ੍ਹ ਲਏ ਉਸ ਸਮੇਂ ਦੇ। ਇਹਨਾਂ ਨੇ ਸਾਰੀਆਂ ਸੰਸਥਾਵਾਂ ਨੂੰ ਉੱਥੇ ਸੱਦਿਆ ਕਿ ਆਓ। ਫਿਰ ਬੀਜੇਪੀ ਆਰਐਸਐਸ ਦੇ ਜਿਹੜੇ ਸੁਸ਼ਮਾ ਸਵਰਾਜ ਵਰਗੇ ਉੱਥੇ ਬੁਲਾਏ। ਪਰ ਜਦੋਂ ਸਾਡੀ ਪਾਰਟੀ ਪ੍ਰਧਾਨ ਤੇ ਸਾਡੀ ਸਾਰੀ ਜਥੇਬੰਦੀ ਉੱਥੇ ਜਾਂਦੀ ਆ ਕੱਥੂ ਨੰਗਲ ਦੇ ਵਿੱਚ, ਤਾਂ ਇਹਨਾਂ ਦੇ ਗੁੰਡੇ ਬੁਲਾਏ ਹੋਏ, ਮਜੀਠੀਏ ਦੇ ਗੁੰਡੇ, ਰਾਜੂ ਖੰਨਾ ਜੋ ਖੰਨੇ ਤੋਂ ਹੈ, ਕੋਲਿਆਂ ਵਾਲੀ ਇੱਕ ਇਹਨਾਂ ਦਾ ਹੈਗਾ, ਇਹਨਾਂ ਨੇ ਸਾਰਿਆਂ ਨੇ ਆਪਣੀ ਗੁੰਡਾ ਬ੍ਰਿਗੇਡ ਲਿਆ ਕੇ ਸਾਡੇ ਤੇ ਉੱਥੇ ਹਮਲਾ ਕੀਤਾ ਸੀ ਕੱਥੂ ਨੰਗਲ ਦੇ ਵਿੱਚ। ਸਾਡੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪੱਗ ਲਾ ਕੇ ਡਾਂਗਾ ਵੱਜੀਆਂ ਉਹਨਾਂ ਦੇ। ਉਹ ਹੁਣ ਉਦੋਂ ਇਹਨਾਂ ਦੇ ਬਿਆਨ ਲੱਗੇ ਸੀ ਕਿ ਇਹ ਬਿਲਕੁਲ ਜਾਇਜ਼ ਹੈ। ਅੱਜ ਜੇ ਜਿਹੜਾ ਕਿ ਪ੍ਰਧਾਨ ਅਸੀਂ ਮੰਨਦੇ ਨਹੀਂ ਧਾਮੀ ਸਾਹਿਬ ਨੂੰ, ਕਾਰਨ ਕਿ ਇਲੈਕਸ਼ਨ ਹੋਈ ਉਹ ਨਹੀਂ
5-5 ਸਾਲ ਬਾਅਦ ਜਿਹੜੀ ਹੋਣੀ ਸੀ, ਉਹ ਆਪੂ ਬਣਿਆ ਪ੍ਰਧਾਨ ਇੱਥੇ ਆ ਕੇ ਗੋਲ-ਮੋਲ ਗੱਲਾਂ ਕਰਕੇ ਫਿਰ ਨੌਜਵਾਨਾਂ ਦਾ ਸ਼ਿਕਾਰ ਹੋਇਆ। ਉਦੋਂ ਇਹਨਾਂ ਨੇ ਕਿਹਾ ਕਿ ਮਾਨ ਤੇ ਹਮਲਾ ਕਰਨਾ ਠੀਕ ਸੀ, ਫਿਰ ਅੱਜ ਇਹ ਦੱਸਣ ਵੀ ਠੀਕ ਹੈ ਕਿ ਨਹੀਂ। ਨੌਜਵਾਨਾਂ ਨੇ ਜੋ ਉਹਦੀ ਭੁਗਤ ਸਵਾਰੀ ਹੈ ਤਾਂ ਇਹ ਨੌਜਵਾਨਾਂ ਦਾ ਰੋਸ ਹੈ, ਬਿਲਕੁਲ ਜਾਇਜ਼ ਕੀਤਾ ਨੌਜਵਾਨਾਂ ਨੇ। ਜੀ ਤਾਂ ਇੱਕ ਤਸਵੀਰ ਸਾਹਮਣੇ ਆਈ ਸੀ, ਬਹੁਤ ਪੁਰਾਣੀ ਇਹ ਤਸਵੀਰ ਹੈ, ਜਦੋਂ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਐਲਾਨਿਆ ਗਿਆ ਸੀ ਤਾਂ ਉਸ ਦੌਰਾਨ ਬਾਦਲ ਹੋਰਾਂ ਦਾ ਇੱਕ ਬਿਆਨ ਆਇਆ ਸੀ। ਸੁਖਬੀਰ ਬਾਦਲ ਕਹਿੰਦੇ ਕਿ ਜੋ ਕਾਤਲ ਹਵਾਰਾ ਹੈ ਨਾ, ਉਹ ਕਦੇ ਵੀ ਕੌਮ ਨੂੰ ਸੇਧ ਨਹੀਂ ਦੇ ਸਕਦਾ। ਇਸ ਬਿਆਨ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਜੀ, ਸੁਖਬੀਰ ਸਿੰਘ ਬਾਦਲ ਦਾ ਬਿਆਨ ਸੀ ਕਿ ਕਾਤਲ ਹਵਾਰਾ ਇਹ ਜੇਲ੍ਹ ਚੋਂ ਛੁੱਟਣਾ ਨਹੀਂ ਚਾਹੀਦਾ, ਜੇ ਛੁੱਟ ਕੇ ਆ ਗਿਆ ਇੱਥੇ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਹੋਊਗਾ। ਇਹਨਾਂ ਨੇ ਹੀ ਇਹ ਜਿਹੜੇ ਬੰਦੀ ਸਿੰਘ ਨੇ ਸਾਡੇ ਬੀਜੇਪੀ ਆਰਐਸਐਸ ਕਾਂਗਰਸ ਨਾਲ ਮਿਲ ਕੇ ਇਹਨਾਂ ਨੇ ਹੀ ਤਾਂ ਬੰਦ ਕਰਵਾਏ ਹੋਏ ਆ। ਫਿਰ ਹੁਣ ਕਦੇ 10 ਕੀ ਮੁਹਿੰਮ ਚਲਾਤੀ, ਕਦੇ ਕੁਝ ਚਲਾਤਾ, ਬਿਲਕੁਲ ਇਹ ਡਰਾਮੇ ਕਰਦੇ ਆ। ਬਿਲਕੁਲ ਇਹਨਾਂ ਦਾ ਜਦੋਂ ਰਾਜ ਹੁੰਦਾ ਹੈ ਕਦੇ ਨਹੀਂ ਬੋਲੇ ਇਹ ਸੈਂਟਰ ਦੇ ਵਿੱਚ, ਉਦੋਂ ਕਿਉਂ ਨਹੀਂ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਮਤੇ ਪਾਏ। ਬਿਲਕੁਲ ਇਹ ਡਰਾਮੇ ਕਰਦੇ ਆ। ਅੱਜ ਇਹ ਕਹਿਣ ਕਿ ਅਸੀਂ ਬਿਲਕੁਲ ਸਾਰਾ ਕੁਝ ਸਾਡਾ ਗਲਤੀਆਂ ਸੀ, 328 ਸਰੂਪਾਂ ਦਾ ਗਾਇਬ ਕਰਨਾ ਸਾਡੀ ਗਲਤੀ, ਅਸੀਂ ਪਤਾ ਕਰਾਂਗੇ। ਉਹ ਤੇ ਹੋਰ ਸਾਰੇ ਜਿਹੜੇ ਇਹਨਾਂ ਨੇ ਭਾਈ ਜਸਵੰਤ ਸਿੰਘ ਖਾਲੜੇ ਦੇ ਕਤਲ ਦੇ ਵਿੱਚ ਕੋਈ ਤਫਤੀਸ਼ ਨਹੀਂ ਕੀਤੀ। ਹੋਰ ਜਿਵੇਂ ਭਾਈ ਗੁਰਦੇਵ ਸਿੰਘ ਕੌਂਕੇ ਜੋ ਅਕਾਲ ਤਖਤ ਦਾ ਜਥੇਦਾਰ, ਇਹਨਾਂ ਨੇ ਆਪਣਾ ਜਗਰਾਉਂ ਚੌਂਕੀ ਦੇ ਵਿੱਚ ਉਹ ਕੋ ਕੇ ਸ਼ਹੀਦ ਕੀਤਾ। ਪਿੰਕੀ ਕੈਟ ਸਮੇਤ ਛੈਣੀ ਵਰਗਿਆਂ ਨੇ, ਬਾਦਲਾਂ ਨੇ ਇਹ ਕਿਹਾ ਸੀ ਕਿ ਅਸੀਂ ਆ ਕੇ ਤਫਤੀਸ਼ ਕਰਾਂਗੇ, ਇਨਸਾਫ ਦੇਵਾਂਗੇ, ਕਿਉਂ ਨਹੀਂ ਦਿੱਤਾ? ਜਦੋਂ ਬੰਦੇ ਜਾ ਕੇ ਪੁੱਛਦੇ ਸੀ, ਜਦੋਂ ਕੋਈ ਮੈਮੋਰੰਡਮ ਦਿੰਦੇ ਸੀ, ਇਹ ਡਾਂਗਾ ਨਾਲ ਉਹਦਾ ਦਾ ਮੂੰਹ ਸਾਨੂੰ ਕੁੱਟ-ਕੁੱਟ ਕੇ ਇਹਨਾਂ ਨੇ ਅੱਜ 25-30 ਸਾਲ 40 ਸਾਲ ਤੋਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੇ ਬਾਦਲਾਂ ਨਾਲ ਆਡਾ ਲੰਦੀ ਆ, ਕਦੇ ਬੇਅੰਤ ਬੁੱਚੜ ਨਾਲ। ਬੇਅੰਤ ਬੁੱਚੜ ਨੇ ਸਾਡੇ ਤੇ ਦੇਸ਼ ਧਰੋਈਆਂ ਦੇ ਕੇਸ ਪਾਏ। ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਾਨੂੰ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਬਰਸੀ ਅਸੀਂ 6 ਜੂਨ ਨੂੰ ਮਨਾਉਂਦੇ ਆ, ਸਾਨੂੰ ਉਸ ਦਿਨ ਇਹਨਾਂ ਨੇ ਮੁਕਾਬਲਾ ਸਾਡਾ ਬਣਾਉਣਾ ਸੀ, ਅਸੀਂ ਨਾਲ ਸੀ, ਸਰਦਾਰ ਮਾਨ ਦੇ ਗਵਾਏ। ਤੜਕੇ ਜਾ ਕੇ ਇਹਨਾਂ ਨੇ ਬਲਟੋਆ ਸਾਨੂੰ ਰੈਸਟ ਹਾਊਸ ਦੇ ਵਿੱਚ ਬੰਦ ਕੀਤਾ। ਤੜਕੇ ਸਾਰੀ ਰਾਤ ਸਾਡੀਆਂ ਸਕੀਮਾਂ ਇਹਨਾਂ ਨੇ ਬਣਾਈਆਂ ਕਿ ਕਿੱਥੇ ਮੁਕਾਬਲਾ ਕਰੀਏ। ਸਰਦਾਰ ਮਾਨ ਨੂੰ, ਸਾਡੀ ਪਾਰਟੀ ਨੂੰ ਇਹਨਾਂ ਨੇ ਜਲੀਲ ਕੀਤਾ। ਅੱਜ ਇਹਨਾਂ ਦੇ ਜੋ ਭੁਗਤ, ਜੋ ਨੌਜਵਾਨ ਇਹਨਾਂ ਦੇ ਗਲ ਪੈਂਦੇ ਆ, ਜਿਹੜਾ ਵੀ ਚਾਹੇ ਕਾਂਗਰਸੀ, ਆਰਐਸਐਸ, ਬੀਜੇਪੀ ਦਾ, ਜਿਹੜੇ ਝਾੜੂ ਵਾਲੇ ਜਿਨ੍ਹਾਂ ਨੇ ਕਿਹਾ ਸੀ ਨਸ਼ਿਆਂ ਦੇ ਅਸੀਂ ਖਾਤਮਾ ਕਰਾਂਗੇ, ਅਸੀਂ ਬਰਗਾੜੀ ਦੀ ਇਨਸਾਫ ਦੇਵਾਂਗੇ, ਇਹਨਾਂ ਦਾ ਵੀ ਇਹੀ ਹਾਲ। ਪਿੰਡਾਂ ਦੇ ਵਿੱਚ ਭੈਣਾਂ ਸਾਡੀਆਂ ਬੀਬੀਆਂ ਪਾਥੀਆਂ ਵੀ ਮਾਰਨਗੀਆਂ। ਸਾਰਾ ਕੁਝ ਇਹਨਾਂ ਦਾ ਵਿਰੋਧ ਹੋਊਗਾ, ਹੁੰਦਾ ਰਹੂਗਾ ਜਦ ਤੱਕ ਇਹ ਦੋਸ਼ੀ ਆਪ ਸਰਕਾਰਾਂ ਨੇ ਕਟਹਿਰੇ ਦੇ ਵਿੱਚ ਕਹਿੰਦੀਆਂ ਨਹੀਂ। ਜਿਨ੍ਹਾਂ ਤੇ ਗਲਤੀਆਂ ਹੁੰਦੀਆਂ, ਜਾਂ ਤਾਂ ਉਹ ਗਲਤੀਆਂ ਮੰਨ ਕੇ ਇੱਥੇ ਆਉਂਦੇ ਤਾਂ ਸੰਗਤ ਬਖਸ਼ਣਹਾਰ ਹੈ। ਸਾਧ ਸੰਗਤ ਦਾ ਰੂਪ ਜਿਹੜਾ ਗੁਰੂ ਸਾਹਿਬ ਨੇ ਬਖਸ਼ਣਹਾਰ ਨੇ, ਤਾਂ ਜਾ ਕੇ ਹੋ ਸਕਦਾ। ਜੇ ਇਹ ਇਹਨਾਂ ਦੇ ਜਿਹੜੇ ਨਾਲ ਸੀਗੇ ਨਾ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਇਹ ਸਾਰੇ ਬਿਲਕੁਲ ਇਹਨਾਂ ਨੇ ਲੁੱਟਾਂ ਖੋਹਾਂ ਵਾਲੇ ਬੰਦੇ ਆ। ਇਹਨਾਂ ਨੇ ਗੁੰਡਾਗਰਦੀਆਂ ਕੀਤੀਆਂ ਹੋਈਆਂ। ਇੱਥੇ ਜੋ ਅਸੀਂ ਇੱਥੇ ਸਾਡਾ ਦਫ਼ਤਰ ਹੈ, ਇੱਥੇ ਗੱਡੀਆਂ ਆਈਆਂ ਇਹਨਾਂ ਦਾ 25-30 ਗੱਡੀਆਂ ਲੈ ਕੇ ਇੱਥੇ ਆ ਗਏ, ਬੰਦੇ ਲੈ ਕੇ ਹਲਾ ਕਰਕੇ ਇੱਥੇ ਉਤਰੇ ਆ। ਇਹ ਕੋਈ ਤਰੀਕਾ ਹੁੰਦਾ? ਜੇ ਨੀਵੇਂ ਹੋ ਕੇ ਆਉਂਗੇ ਸੰਗਤ ਵਿੱਚ ਮਾਫੀਆਂ ਮੰਗਦੇ, ਕਹਿੰਦੇ ਕਿ ਸਾਡੀ ਪਾਰਟੀ ਤੋਂ ਸਾਤੋਂ ਗਲਤੀਆਂ ਹੋਈਆਂ, ਤਾਂ ਸੰਗਤ ਇਹਨਾਂ ਨੂੰ ਕੁਛ ਬਖਸ਼ ਦਿੰਦੀ। ਪਰ ਜਦੋਂ ਇਹ ਭੱਜ ਕੇ ਪੈ ਗਏ ਸੰਗਤ ਨੂੰ, ਧਾਮੀ ਗੱਡੀ ਚੋਂ ਆਪ ਨਿਕਲ ਕੇ ਨੌਜਵਾਨਾਂ ਦੇ ਗਲ ਪਿਆ। ਅਸੀਂ ਬਿਲਕੁਲ ਇੱਥੇ ਸਾਹਮਣੇ ਆਪ ਦੇਖਿਆ ਸਾਰਾ। ਇਹ ਬਿਲਕੁਲ ਇਹ ਗਲਤ ਨੇ, ਸਰਕਾਰਾਂ ਦੇ ਦੱਲੇ ਨੇ ਇਹਨਾਂ ਦਾ। ਜੋ ਵੀ ਪਿੰਡਾਂ ਦੇ ਵਿੱਚ ਹਾਲੇ ਤਾਂ ਇਹਨਾਂ ਦਾ ਬਹੁਤ ਬੁਰਾ ਹਾਲ ਹੋਣਾ, ਹਾਲੇ ਤੱਕ ਹੋਇਆ ਹੀ ਕੁਛ ਨਹੀਂ। ਹਾਂਜੀ, ਤਾਂ ਬਾਪੂ ਜੀ ਹੋਰਾਂ ਦੇ ਵੱਲੋਂ ਸਟੇਜ ਦੇ ਉੱਤੇ ਮਾਫੀ ਵੀ ਮੰਗੀ ਗਈ ਹੈ। ਕਹਿੰਦੇ ਕਿ ਜੋ ਸਾਡੀ ਕੌਮ ਹੈ ਉਸ ਨੂੰ ਖੁੱਲਾ ਸੱਦਾ ਇੱਥੇ ਪਹੁੰਚਣ, ਸਾਡੇ ਨੌਜਵਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਜਿਹੜਾ ਨਹੀਂ ਕੀਤਾ ਜਾਣਾ ਚਾਹੀਦਾ। ਤਾਂ ਇਸ ਮਾਫੀ ਨੂੰ ਕਿਵੇਂ ਦੇਖਦੇ ਹੋ? ਬਾਪੂ ਜੀ ਨੇ ਕਿਹਾ ਵੀ ਦੇਖੋ ਜਿਹੜਾ ਇਹ ਗੜਬੜ ਹੈ, ਜੋ ਹੋਇਆ ਨਹੀਂ ਸੀ ਹੋਣਾ ਚਾਹੀਦਾ। ਬਾਪੂ ਜੀ ਅੰਦਰ ਸੀਗੇ, ਸਟੇਜ ਤੇ ਉਹਨਾਂ ਗੱਲ ਕੋਈ ਗੜਬੜ ਨਹੀਂ ਹੋਈ। ਪਰ ਨੌਜਵਾਨਾਂ ਨੂੰ ਜੇ ਉਹ ਗਲ ਪੈਣਗੇ ਤਾਂ ਮੂਹਰੇ ਤੇ ਨੌਜਵਾਨ ਕਿਹੜਾ ਨਹੀਂ ਗਲ ਪੈਣਗੇ। ਗੱਡੀ 'ਚ ਬਹਿ ਕੇ ਉਤਰ ਕੇ ਭੱਜ ਕੇ ਪੈ ਗਿਆ ਉਹ। ਇੱਥੇ ਵੀਡੀਓ ਸਾਰੀਆਂ ਸਾਹਮਣੇ ਲੋਕਾਂ ਦੇ। ਐਦਾਂ ਨਹੀਂ ਹੋਇਆ। ਮਾਫੀ ਇਸ ਕਰਕੇ ਮੰਗੀ ਹੈ ਕੌਮ ਕੋਲੋਂ। ਕੌਮ ਕੋਲ ਇੱਕ ਸੁਨੇਹਾ ਜਾ ਰਿਹਾ ਸੀ ਕਿ ਖਨੀ ਉੱਥੇ ਆਇਆਂ ਦੇ ਗਲ ਪੈਂਦੇ ਨੇ। ਪਹਿਲਾਂ ਦਾਦੂਵਾਲ, ਹੁਣ ਆਰਐਸਐਸ ਬੀਜੇਪੀ ਦਾ ਬਣ ਕੇ ਉਹ ਖੱਟੜ ਇਹਦਾ ਤੋਮਰ ਵਗੈਰਾ ਦਾ, ਜਾਂ ਜਿਹੜੇ ਵੀ ਹਰਿਆਣੇ ਦੇ ਮੁੱਖ ਮੰਤਰੀ ਨੇ ਸੈਂਟਰ ਦਾ, ਐਸਜੀਪੀਸੀ ਦਾ ਅਸੀਂ ਪ੍ਰਬੰਧ ਆਪਣੇ ਹਵਾਲੇ ਲੈਣਾ ਸੀ, ਸੰਗਤਾਂ ਦੇ ਹਵਾਲੇ ਦੇਣਾ ਸੀ। ਇਹਨੇ ਕੀ ਕੀਤਾ? ਸੈਂਟਰ ਦੇ ਨਾਲ ਮਿਲ ਕੇ ਐਸਜੀਪੀਸੀ ਜਿਹੜੀ ਸਾਡੀ ਕੁਰਬਾਨੀਆਂ ਨਾਲ ਪੈਦਾ ਲਈ ਹੋਈ ਸੀ ਉਹਦਾ ਦਫਾੜ ਕਰਤਾ।
2 ਐਸਜੀਪੀਸੀਆਂ ਬਣਾਤੀਆਂ ਸਰਕਾਰਾਂ ਨਾਲ ਮਿਲ ਕੇ। ਇਹ ਦੱਲੇ ਬਿਲਕੁਲ ਇਹਨਾਂ ਦਾ ਵਿਰੋਧ ਇਸ ਤਰ੍ਹਾਂ ਹੋਇਆ। ਜੇ ਇਹ ਚੰਗੇ ਕੰਮ ਕਰਨਗੇ, ਸਰਦਾਰ ਸਿਮਰਨਜੀਤ ਸਿੰਘ ਮਾਨ ਬਿਨਾਂ ਗਨਮੈਨਾਂ ਤੋਂ, ਬਿਨਾਂ ਇਹ ਜਿਹੇ ਡਾਰਾਂ ਤੋਂ ਜਾਂਦੇ ਨੇ ਇਕੱਲੇ। ਸਰਦਾਰ ਇਮਾਨ ਸਿੰਘ ਇਕੱਲੇ ਆਏ ਨੇ ਗੱਡੀ 'ਚ। ਇਹਨਾਂ ਦਾ ਕਿਉਂ ਨਹੀਂ ਵਿਰੋਧ ਹੋਇਆ? ਇਹਨਾਂ ਦਾ ਕਿਉਂ ਹੋਇਆ? ਇਹਨਾਂ ਦੇ ਪਾਪ ਕੀਤੇ ਹੋਏ ਮੂਹਰੇ ਆ ਰਹੇ ਆ ਔਰ ਆਉਂਦੇ ਰਹਿਣਗੇ। ਹਾਂਜੀ, ਤਾਂ ਬਾਪੂ ਜੀ ਹੋਰਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਤਾਂ ਬਾਪੂ ਜੀ, ਇੱਕ ਪਾਸੇ ਬਾਦਲਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਜੋ ਕਾਤਲ ਹਵਾਰਾ ਨੇ, ਕਾਤਲ ਕਿਹਾ ਜਾਂਦਾ ਹੈ। ਦੂਜੇ ਪਾਸੇ ਜਦੋਂ ਜਿਮਨੀ ਚੋਣਾਂ ਸੰਗਰੂਰ ਦੇ ਵਿੱਚ ਚੋਣਾਂ ਹੁੰਦੀਆਂ ਹੈ ਤਾਂ ਉਦੋਂ ਹਵਾਰਾ ਜੀ ਦੀ ਭੈਣ ਨੂੰ ਲੈ ਕੇ ਥਾਂ ਥਾਂ ਤੇ ਜਾ ਕੇ ਵੋਟਾਂ ਜਿਹੜੀਆਂ ਮੰਗੀਆਂ ਜਾਂਦੀਆਂ, ਕਿਹਾ ਜਾਂਦਾ ਹੈ ਕਿ ਆਪਾਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਹੈ। ਤੇ ਜੇਕਰ ਉਹਨਾਂ ਨੂੰ ਬੰਦੀ ਸਿੰਘਾਂ ਦੇ ਨਾਲ ਇੰਨੀ ਹਮਦਰਦੀ ਹੈ ਤਾਂ 15-20 ਦਿਨਾਂ ਤੋਂ ਇੱਥੇ ਮੋਰਚਾ ਲੱਗਿਆ ਹੋਇਆ, ਇੱਥੇ ਕਿਉਂ ਨਹੀਂ ਪਹੁੰਚੇ? ਆਇਆ ਜੀ, ਜਿਹੜਾ ਪੰਥ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੈ। ਜਿਹੜੇ ਵੀ ਬੰਦੇ ਦਾ ਵਿਰੋਧ ਹੁੰਦਾ ਹੈ, ਉਸ ਬੰਦੇ ਦਾ ਵਿਰੋਧ ਹੁੰਦਾ ਹੈ ਜਿਹੜਾ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਨਾਲ ਗਦਾਰੀ ਕਰਦਾ। ਹੁਣ ਜਿਹੜੇ ਮੋਰਚੇ ਲੱਗੇ ਹੋਏ ਆ, ਇਹ ਗੁਰੂ ਪੰਥ ਔਰ ਗੁਰੂ ਗ੍ਰੰਥ ਦੇ ਛਤਰ ਛਾਇਆ ਹੇਠ ਲੱਗੇ ਹੋਏ ਆ। ਜਿਹੜਾ ਬੰਦਾ ਪੰਥ ਨੂੰ ਤੇ ਗ੍ਰੰਥ ਨੂੰ ਸਮਰਪਿਤ ਹੈ, ਉਹਦਾ ਕਦੇ ਵਿਰੋਧ ਨਹੀਂ ਪੰਥ ਕਰਦਾ, ਸੰਗਤ ਕਦੇ ਨਹੀਂ ਕਰਦੀ। ਜਿਹੜਾ ਬੰਦਾ ਰਾਹੇ ਬਗਾਹੇ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਪੰਥ ਦੇ ਨਾਲ ਗਦਾਰੀ ਕਰ ਦਿੰਦਾ ਹੈ, ਉਹਨੂੰ ਨਾ ਤਾਂ ਗੁਰੂ ਪਿਤਾ ਬਖਸ਼ਦੇ ਆ, ਗੁਰੂ ਪਾਤਸ਼ਾਹ ਮਾਲਕ ਹੈ, ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਕਲਗੀਧਰ ਪਾਤਸ਼ਾਹ। ਹੁਣ ਰੌਲਾ ਇਹ ਹੈ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੰਨੀਆਂ ਕੁ ਗਦਾਰੀਆਂ ਪਿਛਲੇ ਸਮੇਂ 'ਚ ਕਰੀਆਂ। ਪਹਿਲਾਂ ਜਿਹੜਾ ਥੋੜਾ ਸਮਾਂ ਜਦੋਂ ਇਹਨਾਂ ਨੇ ਸ਼ੁਰੂ ਦੇ ਵਿੱਚ ਇੰਦਰਾ ਗਾਂਧੀ ਦੇ ਨਾਲ ਮਿਲ ਕੇ ਅਟੈਕ ਕਰਾਇਆ, ਜੇ ਆਪਾਂ ਉਹ ਤੋਂ ਬਾਅਦ ਦੇਖੀਏ ਤਾਂ ਜਿਹੜਾ ਫਿਰ ਵੀ ਇਹ ਜਿੱਤੀ ਗਏ, ਕਿਉਂ ਕਰਕੇ ਬਹੁਤ ਲੋਕਾਂ ਦੇ ਘਰਾਂ ਦੇ ਵਿੱਚੋਂ ਨਿਸ਼ਕਾਮ ਜਿਹੜੇ ਅਕਾਲੀ ਸੀਗੇ, ਉਹਨਾਂ ਨੇ ਜੇਲ੍ਹਾਂ ਕੱਟੀਆਂ ਹੋਈਆਂ ਸੀ, ਪੰਥ ਵਾਸਤੇ ਬਹੁਤ ਕੰਮ ਕਰਿਆ ਹੋਇਆ ਸੀ। ਉਹਨਾਂ ਦੀ ਔਲਾਦ, ਉਹਨਾਂ ਦੇ ਬੱਚੇ ਸੋਚਦੇ ਤੇ ਵੀ ਇਹ ਜਿਹੜੇ ਗਏ ਗੁਜਰੇ 2 ਬੰਦੇ ਆ ਜਿਨ੍ਹਾਂ ਨੇ ਗਦਾਰੀਆਂ 4 ਨੇ ਕਰੀਆਂ, ਉਹਨਾਂ ਕਰਕੇ ਅਸੀਂ ਪਾਰਟੀ ਖਤਮ ਨਹੀਂ ਕਰਨੀ। ਪਰ ਇਹ ਤਾਂ ਜਿਉਂ-ਜਿਉਂ ਜਿੱਤੀ ਗਏ, ਇਹ ਹੰਕਾਰੀ ਗਏ ਵੀ ਪੰਥ ਤਾਂ ਸਾਡੇ ਝੋਲੀ 'ਚ ਪਾਇਆ ਹੋਇਆ। ਇਹ ਪੰਥ ਦੇ ਨਾਂ ਦੀ ਡੁਗਡੁਗੀ ਵਜਾ ਕੇ ਜਿੱਤੀ ਗਏ, ਗੁਰੂ ਗ੍ਰੰਥ ਸਾਹਿਬ ਔਰ ਪੰਥ ਦੇ ਨਾਲ ਗਦਾਰੀਆਂ ਕਰਦੇ ਗਏ। ਉਹ ਇਹਨਾਂ ਦੇ ਪਾਪ ਦਾ ਘੜਾ ਇੰਨਾ ਜ਼ਿਆਦਾ ਭਰ ਕੇ ਉਛਲ ਗਿਆ ਵੀ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕਿਹੜੇ ਸਮੇਂ ਕੀ ਕਰਨਾ ਹੈ। ਜਦੋਂ ਇਹ ਦਿੱਲੀ ਦੀ ਹਕੂਮਤ ਦੇ ਗੁਲਾਮ ਹੁੰਨੇ ਆ, ਉਦੋਂ ਸਿੱਖਾਂ ਨੂੰ ਬੰਦੀ ਬਣਾ ਲੈਂਦੇ ਆ। ਉਹਨਾਂ ਨੂੰ ਇਹਨਾਂ ਨੇ ਹਵਾਰੇ ਨੂੰ ਤਾਂ ਅੱਤਵਾਦੀ ਕਿਹਾ ਹੀ ਹੈ, ਪਰ ਜਿਹੜੇ ਵੀ ਐਨਕਾਊਂਟਰ, ਫੇਕ ਐਨਕਾਊਂਟਰ ਪੰਜਾਬ ਦੇ ਵਿੱਚ ਹੋਏ ਆ, ਉਹਦੇ 'ਚ ਸਭ ਤੋਂ ਵੱਡਾ ਜਿਹੜਾ ਸ਼ੇਅਰ ਹੈ, ਪਾਰਟ ਹੈ, ਉਹ ਬਾਦਲ ਔਰ ਉਹਦੇ ਪਾਲੇ ਹੋਏ ਗੁੰਡਿਆਂ ਸਮੇਤ ਸੈਣੀ ਉਹਨਾਂ ਦਾ, KPS ਗਿੱਲ ਉਹਨਾਂ ਦਾ। ਉਹ ਇੱਕ ਗੱਲ ਕਹੀ ਨੂੰ ਆਪਾਂ ਕਹੀ ਜਾਂਦੇ, ਉਹਨੂੰ ਹਵਾਰੇ ਨੂੰ ਕਾਤਲ ਕਹਿਣਾ ਉਹ ਬੰਦਿਆਂ ਵਾਸਤੇ ਕਿੰਨਾ ਕੁ ਸੌਖਾ ਹੋਊਗਾ ਜਿਨ੍ਹਾਂ ਨੇ ਪੰਜਾਬ ਦੇ ਸਿੱਖ ਹਜ਼ਾਰਾਂ ਨਹੀਂ ਬਲਕਿ ਲੱਖਾਂ ਦੀ ਤਾਦਾਦ ਵਿੱਚ ਬੱਚਿਆਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਉਹ ਸਾਰਿਆਂ ਨੂੰ ਇਹਨਾਂ ਨੇ ਫੇਕ ਐਨਕਾਊਂਟਰਾਂ 'ਚ ਮਾਰਤਾ। ਜਿਹੜੇ ਬੰਦੇ ਆਹ ਜੇਲ੍ਹਾਂ ਦੇ ਵਿੱਚ ਬੰਦ ਹੈ, ਇਹ ਸੈਂਟਰ ਦੀ ਹਕੂਮਤ ਦੇ ਨਾਲ ਪੰਜਾਬ ਦੇ ਵਿੱਚ ਉਦੋਂ ਮਿਲ ਕੇ ਪੰਥ ਦੇ ਨਾਲ ਗਦਾਰੀਆਂ ਕਰਨੇ ਵਾਲਾ ਟੋਲਾ ਸੀਗਾ ਬਾਦਲ ਹੁਣੀ। ਇਹ ਗੱਲ ਮੈਂ ਐਵੇਂ ਨਹੀਂ ਕਹਿੰਦਾ। ਮੇਰੇ ਦਾਦਾ ਜੀ ਸਰਦਾਰ ਹਾਕਮ ਸਿੰਘ ਸਿੱਧੂ ਉਦੋਂ ਜਦੋਂ ਅਟੈਕ ਹੋਇਆ, ਬਲੂ ਸਟਾਰ ਆਪਰੇਸ਼ਨ ਹੋਇਆ, ਉਦੋਂ ਤੁਰ ਕੇ ਖੇਤ ਦੇ ਵਿੱਚੋਂ ਕੋਈ ਬਿਨਾਂ ਪੈਸਾ ਲਏ ਤੇ ਕਸ਼ਹਿਰਾ ਕੁੜਤਾ ਤੇ ਪਰਨੇ ਦੇ ਨਾਲ ਗਏ ਸੀਗੇ। 2 ਮਹੀਨੇ ਮਗਰੋਂ ਪਾਗਲ ਹੋਏ ਹੋਏ ਬਸੀ ਪਠਾਣਾ ਤੋਂ ਮਿਲੇ ਸੀ 103 ਬੁਖਾਰ 'ਚ। ਉਹਨਾਂ ਨੇ ਆ ਕੇ ਜਿਹੜਾ ਜਦੋਂ ਪਿਛਲੇ ਸਾਡੇ ਕਮਰੇ 'ਚ ਪੈ ਕੇ ਇੰਨੇ ਬੁਖਾਰ ਜਦੋਂ 2 ਦਿਨ 'ਚ ਉਤਰਿਆ, 4 ਦਿਨ 'ਚ ਸਾਨੂੰ ਜਿਹੜੀ ਪਹਿਲੀ ਗੱਲ ਕਹੀ ਸੀ ਉਹ ਇਹ ਕਹੀ ਸੀ ਵੀ ਮਰ ਜਿਓ, ਜੇ ਤੁਸੀਂ ਕਿਸੇ ਵੀ ਮੇਰੀ ਕੁੱਲ ਦੇ ਵਿੱਚੋਂ ਕੋਈ ਬਾਦਲ ਨੂੰ ਵੋਟ ਪਾਊ ਉਹਦਾ ਅੰਤ ਹੋ ਜਾਊਗਾ। ਮੈਂ ਕਿਹਾ ਬਾਪੂ ਜੀ ਕਿਉਂ? ਉਹਨਾਂ ਨੇ ਪਹਿਲੇ ਦਿਨ ਤੁਰ ਕੇ ਗਏ ਸੀਗੇ 76 ਸਾਲ ਦੀ ਉਮਰ 'ਚ। ਪਹਿਲੇ ਦਿਨ ਹਰਮੰਦਰ ਸਾਹਿਬ ਦੇ 2 ਘੰਟੇ ਵਾਸਤੇ ਖੁੱਲੇ ਦਰਸ਼ਨ ਕਰੇ ਸੀਗੇ ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਸੀਗਾ 1.5 ਮਹੀਨਾ ਗੁਰਦੁਆਰਿਆਂ 'ਚ ਰਹਿ ਕੇ, ਹਰਮੰਦਰ ਸਾਹਿਬ 'ਚ ਰਹਿ ਕੇ, ਕਿ ਇਹ ਜਿਹੜਾ ਹਮਲਾ ਹੈ ਇਹ ਕਾਲੀਆਂ ਦੀ ਬੇੜੀ ਬੈਠੀ ਆ। ਜੇ ਨਾ ਇੰਦਰਾ ਗਾਂਧੀ ਦੇ ਪੈਰਾਂ 'ਚ ਜਾ ਕੇ ਗਿਰਦੇ ਇਹ ਕਦੇ ਹਮਲਾ ਨਾ ਹੁੰਦਾ। ਇਹਨਾਂ ਵਾਸਤੇ ਸਾਡੇ ਕੌਮ ਦੇ ਯੋਧਿਆਂ ਨੂੰ ਅੱਤਵਾਦੀ ਬੀਬਾ ਕਹਿਣਾ ਛੋਟੀ ਗੱਲ ਹੈ, ਤਾਂ ਸਾਡਿਆਂ ਨੂੰ ਮਾਰ ਵੀ ਦਿੱਤਾ। ਔਰ ਜੇ ਇਹਨਾਂ ਨੂੰ ਦੁਬਾਰਾ ਗੱਦੀ ਮਿਲੂਗੀ ਹੋਰ ਮਾਰਨਗੇ ਰਹਿੰਦੇ ਖੁੰਦੇ। ਅਜੇ ਹੁਣ ਇਹਨਾਂ ਕੋਲ ਤੇ SGPC ਦਾ ਖਾਤਮਾ ਹੋਣਾ ਹੈ। ਪਿੰਡਾਂ ਦੇ ਵਿੱਚ ਇਹਨਾਂ ਦੇ ਉਹ ਹਾਲ ਹੋਣਾ ਜਿਵੇਂ ਕੁੱਤੇ ਦੇ ਕੰਨ 'ਚ ਕੀੜੇ ਪਏ ਹੁੰਨੇ ਆ, ਵੀ ਕਦੇ ਉਹ ਡਲਾ ਮਾਰ ਦਿੰਦਾ, ਕਦੇ ਉਹ ਸੋਟੀ ਮਾਰ ਦਿੰਦਾ। ਇਹਨਾਂ ਨੇ ਤਾਂ ਭੀਖ ਮੰਗਦੇ ਫਿਰਨਾ, ਇਹਨਾਂ ਨੂੰ ਮੰਗੀ ਭੀਖ ਨਹੀਂ ਮਿਲਣੀ। ਕਿਉਂਕਿ ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਇਹਨਾਂ ਨੇ ਇਹੋ ਜਿਹੇ ਕਰਮ ਮਾੜੇ ਕਰ ਲਏ ਕੌਮ ਦੇ ਨਾਲ ਔਰ ਗੁਰੂ ਪੰਥ ਗੁਰੂ ਗ੍ਰੰਥ ਦੇ ਨਾਲ ਗਦਾਰੀ ਕਰਕੇ ਇਹਨਾਂ ਦੇ ਪਾਪਾਂ ਦਾ ਘੜਾ ਭਰ ਗਿਆ। ਇਹਨਾਂ ਨੂੰ ਤਾਂ ਮੰਗੀ ਹੋਈ ਭੀਖ ਵੀ ਨਹੀਂ ਮਿਲਣੀ। ਮੈਂ ਨੌਜਵਾਨਾਂ ਨੂੰ ਇੱਕ ਬੇਨਤੀ, ਮੇਰਾ ਨਿੱਜੀ ਇਹ ਨਜ਼ਰੀਆ ਹੈ, ਕੱਲ੍ਹ ਵਾਲੀ ਘਟਨਾ ਤੇ ਇਹ ਕਹਿਣਾ ਚਾਹੁੰਦਾ ਕਿ ਬਾਦਲਾਂ ਵਾਸਤੇ ਇਹਨਾਂ ਦੇ ਸ਼ੀਸ਼ੇ ਭੰਨਣੇ ਛੋਟੀ ਸਜ਼ਾ ਹੈ, ਪਰ ਇਹਨਾਂ ਨੂੰ ਸਜ਼ਾ ਜਿੱਡੀ ਮਰਜ਼ੀ ਦੇ ਦਿਓ, ਜਿਉਂਦਿਆਂ ਨੂੰ ਅੱਗ 'ਚ ਜਾਲ ਦਿਓ।
ਪਰ ਮੇਰੀ ਇਹ ਬੇਨਤੀ ਹੈ ਕਿ ਇਸ ਪਲੇਟਫਾਰਮ ਦਾ ਇਸ ਕੰਮ ਵਾਸਤੇ ਇਸਤੇਮਾਲ ਨਾ ਕਰੋ। ਬਾਦਲ ਉਹਨੇ ਦੋਸ਼ੀ ਹੈਗੇ, ਬਾਦਲ ਦੇ ਬੰਦੇ ਦੋਸ਼ੀ ਹੈ, ਪਰ ਪਲੇਟਫਾਰਮ ਇੱਥੇ ਸਾਡਾ ਜਿਹੜਾ ਪ੍ਰਾਇਮਰੀ ਟਾਸਕ ਹੈ ਉਹ ਹੋਏਗਾ ਬੰਦੀ ਸਿੰਘਾਂ ਵਾਸਤੇ ਸ਼ਾਂਤਮਈ ਮੋਰਚੇ ਨੂੰ ਮਜ਼ਬੂਤ ਕਰਨਾ। ਅਸੀਂ ਇਹੋ ਜਿਹਾ ਕੋਈ ਵੀ ਕੰਮ ਨਾ ਕਰੀਏ ਜਿਹਦੇ ਨਾਲ ਮੋਰਚਾ ਦੀ ਮਜ਼ਬੂਤੀ 'ਚ ਫਰਕ ਪਵੇ। ਵੈਸੇ ਗੁਰੂ ਸਾਹਿਬ ਦੀ ਕਿਰਪਾ ਮੋਰਚਾ ਚੜ੍ਹਦੀ ਕਲਾ 'ਚ ਚੱਲ ਰਿਹਾ, ਚੱਲੂਗਾ, ਪਰ ਅਸੀਂ ਆਉਣ ਵਾਲੇ ਸਮੇਂ 'ਚ ਭਵਿੱਖ 'ਚ ਪਿਛਲੀਆਂ ਘਟਨਾਵਾਂ ਤੋਂ ਸੁਚੇਤ ਹੋਈਏ। ਅਸੀਂ ਮੋਰਚੇ ਦੀ ਮਜ਼ਬੂਤੀ ਵਾਸਤੇ ਸੋਚ ਕੇ ਹਰ ਕਦਮ ਪੱਟੀਏ। ਇਹ ਗਦਾਰਾਂ ਦਾ ਕਿਹਾ, ਇਹਨਾਂ ਦਾ ਆਉਂਦੇ ਹੀ ਫੁੱਟ ਪਾਉਣ ਹੈ, ਇਹਨਾਂ ਤੇ ਤਾਂ ਪਿੱਛਾ ਖਹਿੜਾ ਛਡਾ ਕੇ ਇਹਨਾਂ ਨੂੰ ਬਾਹਰੇ ਉੱਥੇ ਪਿਛਲੇ ਪਾਸੇ ਤੇ ਮੋੜਨਾ ਚਾਹੀਦਾ ਵੀ ਜਾਓ, ਤੁਹਾਡੀ ਲੋੜ ਨਹੀਂ। ਇਹ ਮੇਰੀ ਤੁਹਾਨੂੰ ਬੇਨਤੀ ਹੈ। ਦੂਜੀ ਗੱਲ ਹੈ, ਸਿੰਘ ਸਾਹਿਬ ਜਥੇਦਾਰ ਹਵਾਰਾ ਇਹਨਾਂ ਨੇ ਅੱਤਵਾਦੀ ਕਿਹਾ, ਸੰਗਤ ਵੱਡੀ ਹੈ ਨਾ, ਸੰਗਤ ਇਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਲਾਇਆ ਸਰਬੱਤ ਖਾਲਸਾ ਸਦਕੇ 9 ਲੱਖ ਬੰਦੇ ਦੀ ਹਾਜ਼ਰੀ 'ਚ। ਇਹ ਅੱਤਵਾਦੀ ਕਹਿੰਦੇ ਆ ਜਿਹਨੂੰ, ਉਹਨੂੰ ਸਿੱਖ ਪੰਥ ਜਥੇਦਾਰੀਆਂ ਬਖਸ਼ਦਾ, ਸਿੱਖ ਖਾਲਸਾ ਸੰਗਤ ਬਖਸ਼ਦੀ ਹੈ। ਔਰ ਇਹ ਦੁਬਾਰਾ ਰਾਜੋ ਆਣੇ ਦੀ ਮੂੰਹ ਬੋਲੀ ਭੈਣ ਕਮਲਜੀਤ ਕੌਰ ਨੂੰ ਜਿਮਨੀ ਚੋਣ 'ਚ ਲੈ ਕੇ ਜਾਂਦੇ ਆ। ਉਹ ਕਾਹਤੇ ਲੈ ਕੇ ਜਾਂਦੇ ਆ? ਇਹਨਾਂ ਦਾ ਤਾਂ ਉਹ ਕੰਮ ਹੈ ਵੀ ਜਦੋਂ ਗੱਦੀ ਚਲੇ ਜਾਂਦੀ ਹੈ ਉਦੋਂ ਪੰਥ ਨੂੰ ਖਤਰੇ ਦੀ ਡੁਗਡੁਗੀ, ਜਦੋਂ ਗੱਦੀ ਇਹਨਾਂ ਦੇ ਕੋਲ ਆ ਜਾਂਦੀ ਹੈ, ਜਿਹੜੇ ਬੰਦਿਆਂ ਨੂੰ ਇਹ ਸਿੰਘ ਸੂਰਮੇ ਕਹਿ ਕੇ ਚੋਣਾਂ ਦੇ ਵਿੱਚ ਲਿਜਾ ਕੇ ਉਹਦੀ ਵਰਤੋਂ ਕਰਦੇ ਆ, ਗੱਦੀ ਕੋਲ ਆਉਣ ਤੇ ਉਹਨਾਂ ਦਾ ਹੀ ਫੇਕ ਐਨਕਾਊਂਟਰ ਵੀ ਕਰ ਦਿੰਦੇ ਆ। ਇਹ ਇਹਨਾਂ ਦੀ ਸਟ੍ਰੈਟਜੀ ਹੈ, ਇਹ ਇਹਨਾਂ ਦੀ ਪਾਲਿਸੀ ਹੈ ਵੀ ਰਾਜ ਕਿਤੇ ਨਾ ਜਾਵੇ, ਪੰਥ ਜਾਂਦਾ ਤਾਂ ਖੂਹ 'ਚ ਜਾਵੇ। ਇਹਨਾਂ ਦਾ ਇਹ ਬਾਦਲ ਪਿਓ ਪੁੱਤ ਦਾ, ਪਰ ਇਹ ਪਿਛਲੇ ਕਿਸੇ ਤਕੜੇ ਕਰਮਾਂ ਕਰਕੇ, ਭਲੇ ਕਰਮਾਂ ਕਰਕੇ ਰਾਜ ਮਿਲਦਾ ਹੁੰਦਾ, ਪਰ ਕਈ ਵਾਰ ਮਾੜੇ ਕਰਮ ਕਰਕੇ ਬੰਦਾ ਉਹਨੂੰ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕੰਡੇ ਬੀਜ ਦਿੰਦਾ। ਇਹ ਸਿਆਣਿਆਂ ਦਾ ਕਥਨ ਤੁਸੀਂ ਸੁਣਿਆ ਹੋਣਾ ਕਿ ਤਪੋਂ ਰਾਜ ਰਾਜੋਂ ਨਰਕ। ਹੁਣ ਇਹ ਰਾਜ ਕਰ ਲਿਆ ਜਿਹੜਾ ਕਰਨਾ, ਤਾਂ ਹੁਣ ਨਰਕ ਵੱਲ ਨੂੰ ਵੱਧਦੇ ਆ। ਔਰ ਜਲਦੀ ਮਹਾਰਾਜ ਕਿਰਪਾ ਕਰਨ ਸਤਿਗੁਰ ਸੱਚੇ ਪਾਤਸ਼ਾਹ ਸ਼੍ਰੋਮਣੀ ਕਮੇਟੀ ਤੇ ਇਹਨਾਂ ਤੋਂ ਆਜ਼ਾਦ ਕਰਾ ਕੇ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਦੇ ਆਪਾਂ ਜਿਹੜਾ ਇਹਨਾਂ ਨੇ ਧੋਖੇ ਕਰੇ ਉਹਨਾਂ ਦੀ ਸਜ਼ਾ ਇਹਨੂੰ ਉਸ ਤਰੀਕੇ ਨਾਲ ਦਈਏ ਵੀ ਇਹ ਆਖਰੀ। ਦੇਖੋ ਮਹਾਰਾਜ ਦਾ ਇਨਸਾਫ, ਪੰਥ ਨਾਲ ਸਾਰੀ ਉਮਰ ਗਦਾਰੀਆਂ ਕਰਕੇ ਜਿੱਤਣ ਵਾਲਾ, 5 ਵਾਰ ਮੁੱਖ ਮੰਤਰੀ ਬਣਨ ਵਾਲਾ ਬਾਦਲ ਆਖਰੀ ਵਾਰ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੀ ਚੋਣ ਹਾਰ ਗਿਆ, ਉਹਦੀ ਪਾਰਟੀ ਹਾਰ ਗਈ, ਪੁੱਤ ਹਾਰ ਗਿਆ, ਰਿਸ਼ਤੇਦਾਰ ਹਾਰ ਗਏ। ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਥ ਪ੍ਰਸਤ ਬੰਦਾ, ਆਖਰੀ ਵਾਰ ਜ਼ਿੰਦਗੀ ਦੇ ਆਖਰੀ ਪੜਾਵਾਂ 'ਚ ਜਾ ਕੇ ਬੁੱਢੀ ਉਮਰ ਦੇ ਜਰਨੈਲ ਉਹ ਫੇਰ ਜਾ ਕੇ ਸੰਗਰੂਰ ਤੋਂ ਸਿਰੇ ਦੀ ਸਟੇਜ ਪਰ ਜਾ ਕੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਜਿੱਤ ਕੇ ਜਾ ਕੇ ਮੋਦੀ ਦੇ ਸਾਹਮਣੇ ਮੁੱਛਾਂ ਨੂੰ ਤਾ ਦੇ ਕੇ ਬੈਠਾ ਨਾ ਪਾਰਲੀਮੈਂਟ 'ਚ। ਇਹ ਇਨਸਾਫ ਹੈ ਗੁਰੂ ਨਾਨਕ ਦਾ। ਮਹਾਰਾਜ ਕਹਿੰਦੇ ਆ ਕੂੜ ਨਖੁੱਟੇ ਨਾਨਕਾ ਸਤਿ ਸ੍ਰੀ ਅਕਾਲ। ਮਹਾਰਾਜ ਕਹਿੰਦੇ ਆ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਓੜਕ ਨੂੰ ਸੱਚ ਦੀ ਜਿੱਤ ਹੋਣੀ ਹੈ। ਜਿਹੜੇ ਸਾਡੇ ਬੰਦੀ ਸਿੰਘ ਬੰਦੇ ਸੈਂਟਰ ਸਰਕਾਰ ਨੇ ਉਹ ਕੌਮ ਦੇ ਬੰਦੀ ਬਣਾਏ ਐ ਬਾਦਲ ਉਹਨਾਂ ਗਦਾਰਾਂ ਦੇ ਨਾਲ ਮਿਲ ਕੇ। ਜਿਹੜੀ ਕੌਮ ਨੇ ਇਸ ਦੇਸ਼ ਵਾਸਤੇ, ਇਸ ਸਰਜ਼ਮੀਨ ਵਾਸਤੇ ਗੁਰੂ ਪਿਤਾ ਤੋਂ ਲੈ ਕੇ ਗੁਰੂ 9ਵੇਂ ਪਾਤਸ਼ਾਹ, ਗੁਰੂ 5ਵੇਂ ਪਾਤਸ਼ਾਹ ਤੋਂ ਲੈ ਕੇ ਲੱਖਾਂ ਮਣ ਲਹੂ ਅਸੀਂ ਡੋਲਿਆ ਇਸ ਸਰਜ਼ਮੀਨ ਵਾਸਤੇ। ਸਾਡੇ ਬੰਦੇ ਅੰਦਰ ਰੱਖ ਕੇ ਇਹ ਹਕੂਮਤ ਕਦੇ ਸੁੱਖ ਦੀ ਨੀਂਦ ਨਹੀਂ ਸੌਂ ਸਕਦੀ। ਮੈਂ ਇੱਕ ਤੁਹਾਨੂੰ ਸੱਚੇ ਫੈਕਟ ਦੀ ਗੱਲ ਦੱਸਦਾ, ਸਾਡੇ ਇਸ ਕੌਮ ਦੇ ਨਾਲ ਜਿੰਨੇ ਦਿੱਲੀ ਦੀ ਹਕੂਮਤ ਧੱਕੇ ਕਰੂਗੀ, ਜਦੋਂ ਕਿਸੇ ਦੇਸ਼ ਦੇ ਨਾਲ ਇਹਨਾਂ ਦਾ ਪੰਗਾ ਪਊਗਾ, ਚਾਈਨਾ ਪਾਕਿਸਤਾਨ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ, ਇਹਨਾਂ ਨੂੰ ਸਿੱਖਾਂ ਦੇ ਨਾਲ ਕੀਤੀਆਂ ਗਦਾਰੀਆਂ ਕਰਕੇ ਉਹ ਖਮਿਆਜਾ ਭੁਗਤਣਾ ਪਊਗਾ, ਜਿਹੜਾ ਇਹਨਾਂ ਦੇ ਪੁੱਤ ਪੋਤੇ ਪੁਸਤਾਂ ਯਾਦ ਰੱਖਣਗੀਆਂ ਅਸੀਂ ਸਿੱਖਾਂ ਦੇ ਨਾਲ ਪੰਗਾ ਲਿਆ ਤਾਂ। ਲਓ ਤੁਸੀਂ ਕਿਸੇ ਬਗਾਨੇ ਦੇਸ਼ ਦੇ ਨਾਲ ਪੰਗਾ, ਸਿੱਖਾਂ ਦੇ ਨਾਲ ਵਿਗਾੜਨ ਤੋਂ ਬਾਅਦ, ਔਰ ਸਿੱਖਾਂ ਦੇ ਨਾਲ ਤੁਹਾਡੀ ਜਦੋਂ ਬਣੀ ਹੋਈ ਸੀ ਤੁਸੀਂ 62 65 71 ਦੇਖਿਆ, ਹੁਣ ਤੁਸੀਂ 226 32 ਜੋ ਵੀ ਹੋਊਗਾ ਫਿਊਚਰ ਦੀਆਂ 12 ਹੋਣਗੀਆਂ, ਉਹਦੇ 'ਚ ਸਿੱਖਾਂ ਨਾਲ ਵਿਗਾੜ ਕੇ ਗੁਰੂ ਪੰਥ ਗੁਰੂ ਗ੍ਰੰਥ ਨਾਲ ਵਿਗਾੜ ਕੇ ਤੁਸੀਂ ਲੜ ਕੇ ਦੇਖੋ ਕਿਸੇ ਦੇਸ਼ ਨਾਲ, ਤੁਹਾਨੂੰ ਪਤਾ ਲੱਗ ਜੂਗਾ ਤੁਹਾਡੀ ਔਕਾਤ ਕਿਆ ਹੈ। ਅਗਲੇ ਤੁਹਾਨੂੰ ਫੜ ਕੇ ਇਹਨਾਂ ਦੀਆਂ ਬਾਂਦਰਾਂ ਦੀਆਂ ਪੂੰਛਾਂ ਨਾ ਪੱਟਦੀਆਂ ਤੱਕ ਉਹ ਸਿੱਖ ਸਰਦਾਰੇ ਤੇ ਜਿਨ੍ਹਾਂ ਨੇ ਮੁੱਛਾਂ ਨੂੰ ਤਾ ਦੇ ਕੇ, ਕਿਉਂਕਿ ਸਾਡਾ ਇਖਲਾਕ ਉੱਚਾ ਤਾਂ, ਸਾਡੀ ਸੋਚ ਉੱਚੀ ਤੀ, ਸਾਡਾ ਸਮਰਪਿਤ ਵੱਡਾ ਤੱਕ ਇਸ ਸਰਜ਼ਮੀਨ ਵਾਸਤੇ। ਇਹਨਾਂ ਗਦਾਰਾਂ ਦੇ ਕੋਲ ਕਿਆ? ਸਾਡੇ ਕੋਲ ਚਮਕੌਰ ਦੀ ਗੜੀ ਦਾ ਸਾਡੇ ਕੋਲ ਕਨਸੈਪਟ ਹੈ, ਸਾਡੇ ਕੋਲ ਸਾਰਾਗੜੀ ਦਾ ਕਨਸੈਪਟ ਹੈ, ਸਾਡੇ ਕੋਲ 1984 ਜੂਨ ਦਾ ਕਨਸੈਪਟ ਹੈ ਸੰਤ ਜਰਨੈਲ ਸਿੰਘ ਦਾ, ਜਨਰਲ ਸਬੇਗ ਸਿੰਘ ਦਾ। ਇਹ ਕਿਹਦੇ ਸਹਾਰੇ ਪਰ ਲੜਨਗੇ? ਕਿਹੜੇ ਇਤਿਹਾਸ ਨੂੰ ਪੜ੍ਹ ਕੇ ਜਾਣਗੇ? ਅਸੀਂ ਨਿੱਤ ਨਵੇਂ ਇਤਿਹਾਸ ਸਿਰਜੇ ਆ, ਸਾਡੇ ਵੱਡਿਆਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਲੜਦੇ ਆ। ਇਹ ਕਿਹਦੇ ਸਹਾਰੇ ਤੇ ਲੜਨਗੇ? ਔਰ ਪੰਗਾ ਉਹਦੇ ਨਾਲ ਲੈ ਲਿਆ ਇਹਨਾਂ ਨੇ। ਪਿਛਲੀਆਂ 14ਵੀਂ 15ਵੀਂ 16ਵੀਂ ਸਦੀ 'ਚ ਪੰਗਾ ਲਿਆ ਮੁਗਲ ਹਕੂਮਤ ਨਾਲ, ਮਰਦੇ ਨੂੰ ਸਿੱਖਾਂ ਨੇ ਬਚਾ ਲਿਆ। ਹੁਣ ਇਹਨਾਂ ਨੇ ਉਹ ਟਾਣਾ ਵੱਢਿਆ ਜਿਹੜੇ ਪਰੇ ਬੈਠੇ ਆ, ਹੁਣ ਪੰਗਾ ਉਹਨਾਂ ਦੇ ਨਾਲ ਲੈ ਲਿਆ ਜਿਹੜੇ ਇਹਨਾਂ ਨੂੰ ਬਚਾਉਣ ਵਾਲੇ ਤੇ। ਹੁਣ ਇਹਨਾਂ ਨੂੰ ਕੌਣ ਬਚਾਊਗਾ?
ਪੰਗਾ ਹੀ ਸ਼ੇਰ ਦੇ ਮੂੰਹ 'ਚ ਹੱਥ ਪਾ ਲਿਆ, ਜੰਗਲ 'ਚੋਂ ਰਾਖੀ ਕੌਣ ਕਰੂ? ਸ਼ੇਰ ਤੋਂ ਗਿੱਦੜ ਥੋੜੋ ਬਚਾ ਸਕਦੇ ਆ ਜਾਂ ਕੋਈ ਹੋਰ ਤੀਆ ਬਚਾ ਦੂ। ਪੰਗਾ ਅੱਗੇ ਸ਼ੇਰ ਨੇ ਇਹਨਾਂ ਦੀ ਹਿਫਾਜ਼ਤ ਕਰਤੀ, ਬਚ ਗਏ। ਹੁਣ ਪੰਗਾ ਸਾਡੇ ਨਾਲ ਲਿਆ ਸਰਬਰੇ ਕਾਇਨਾਤ ਵਾਲੀਏ ਦੋ ਜਹਾਨ ਗੁਰੂ ਗ੍ਰੰਥ ਸਾਹਿਬ ਨਾਲ ਪੰਗਾ ਲਿਆ, ਸੱਚ ਦੇ ਤਖਤ ਅਕਾਲ ਤਖਤ ਨਾਲ ਪੰਗਾ ਲਿਆ। ਦਿੱਲੀ ਦੀ ਹਕੂਮਤ ਨੇ ਮਿਟ ਜਾਣਗੇ ਜਲਦੀ, ਰਾਜ ਖਾਲਸੇ ਦਾ ਹੋਊਗਾ। ਝੰਡੇ ਉਹਨਾਂ ਦੇ ਝੂਲਣਗੇ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕਰੀਆਂ। ਇਹਨਾਂ ਨੇ ਗਦਾਰੀਆਂ ਕਰੀਆਂ ਦੇਸ਼ ਦੇ ਨਾਲ, ਆਰਥਿਕਤਾ ਤਬਾਹ ਕਰਤੀ ਦੇਸ਼ ਦੀ, ਫੌਜ ਦੀਆਂ ਪਾਲਿਸੀਆਂ ਬਦਲਤੀਆਂ ਔਰ ਗਰੀਬਾਂ ਨੂੰ ਲੁੱਟ ਕੇ ਖਾ ਗਏ ਇਹ ਲੋਕ। ਅੰਤ ਨੂੰ ਸੱਚ ਦਾ ਪਹਿਰਾ ਹੋਣਾ ਹੈ। ਸੱਚ ਦੇ ਵਿੱਚ ਇਹ ਦੇਖ ਲੈਣ, ਪਿਛਲੇ ਕਿਸਾਨ ਅੰਦੋਲਨ ਚੋਂ ਸਮਝ ਲੈਣ। ਅਸੀਂ ਕਿਸਾਨ ਅੰਦੋਲਨ ਵਾਸਤੇ ਗਏ, ਜਿੱਦਣ ਸਾਨੂੰ ਲਾਲ ਕਿਲੇ ਕੋਲ ਦੀ ਲੈ ਕੇ ਕੇਸਰੀ ਨਿਸ਼ਾਨ ਲੰਘਣ ਦਾ ਮੌਕਾ ਮਿਲਿਆ, ਅਸੀਂ ਉੱਪਰ ਚਲਾਤਾ। ਸਾਡੀ ਅੱਖ ਕਿੱਥੇ ਹੈ? ਸਮਝ ਲਓ ਸਾਡੀ ਅੱਖ ਰਾਜ ਦੇ ਉੱਤੇ ਹੈ। ਅਸੀਂ ਸੱਚ ਦਾ ਰਾਜ ਪੈਦਾ ਕਰਨ ਵਾਸਤੇ ਹੋਰ ਖੂਨ ਡੋਲਾਂਗੇ, ਪਰ ਅਸੀਂ ਸੱਚ ਦਾ ਝੰਡੇ ਇਸ ਦੇ ਸਰਜ਼ਮੀਨ ਤੇ ਚਲਾਉਣੇ ਆ। ਕਿਉਂ? ਗੁਰੂ ਪਿਤਾ ਦਾ ਹੁਕਮ ਹੈ, ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ। ਗੁਰੂ ਪਾਤਸ਼ਾਹ ਕਹਿੰਦੇ ਰਾਜ ਕਰੇਗਾ ਖਾਲਸਾ। ਇਹ ਗੁਰੂ ਪਾਤਸ਼ਾਹ ਜੀ ਦੇ ਬਚਨ ਅਟਲ ਸੱਚੇ ਨੇ, ਉਹ ਪੂਰੇ ਹੋ ਕੇ ਰਹਿਣੇ ਆ। ਉਹਨਾਂ ਨੂੰ ਉਹਦਾ ਪੁੱਤ ਕੁੰਡਲੀਆ ਸੱਪ ਵੀਰ ਖਾਲਸਾ ਗੁਰੂ ਗੋਬਿੰਦ ਸਿੰਘ ਦਾ, ਇਸ ਪੰਥ ਦੇ ਬਾਲੀ ਦਾ ਪੁੱਤ ਪੂਰੇ ਕਰੂਗਾ। ਇਹ ਮੇਰੀ ਬੇਨਤੀ ਹੈ ਕਿ ਗੁਰੂ ਪਾਤਸ਼ਾਹ ਸਾਡੀ ਅਰਦਾਸ ਸੁਣਨ, ਆਪ ਅੰਗ ਸੰਗ ਸਹਾਇਤਾ ਹੋ ਕੇ ਫਤਿਹ ਬਖਸ਼ਣ। ਬੰਦੀ ਸਿੰਘ ਤਾਂ ਇਹ ਛੱਡਣਗੇ। ਬਾਜ ਅਬ ਇਨਹੇ ਕਿਆ ਦੇਣਾ ਬਾਜ ਤਾਬ, ਇਨ ਤੇ ਸਭ ਲੈਣਾ ਮਹਾਰਾਜ ਕਿਰਪਾ ਕਰਨ। ਇਹਨਾਂ ਦੇ ਅਸੀਂ ਤਾਜ ਵੀ ਖੋਲਾਂਗੇ ਤੇ ਬੰਦੀ ਸਿੰਘ ਸਾਡੇ ਵਾਲੇ ਰਾਜ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਹਾਂਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਸਾਰੇ ਚੈਨਲ ਦਾ ਤੇ ਸਾਰੀ ਤੁਹਾਡੇ ਦਰਸ਼ਕਾਂ ਦਾ। ਗੁਰੂ ਮਹਾਰਾਜ ਸਾਰਿਆਂ ਦੇ ਘਰਾਂ ਦੇ ਵਿੱਚ ਕਿਰਪਾ ਕਰਨ, ਚੜ੍ਹਦੀ ਕਲਾ, ਗੁਰਸਿੱਖੀ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਲਗਾਤਾਰ ਕੌਮੀ ਇਨਸਾਫ ਮੋਰਚੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਜੁੜੋ TF ਨਿਊਜ਼ ਦੇ ਨਾਲ।